बहुत ही सत्कारयोग माता नसीब कौर ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਗੁਰੂ ਘਰ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ। ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਗੁਰਬਾਣੀ ਦੀ ਰੌਸ਼ਨੀ ਵਿੱਚ ਆਪਣੇ ਜੀਵਨ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੁੰਦਾ, ਗੁਰੂ ਨੂੰ ਪਿਆਰ ਕਰਨ ਵਾਲਾ, ਜਿਹਨੂੰ ਆਪਾਂ ਗੁਰਮੁਖ ਪਿਆਰਾ ਵੀ ਕਹਿੰਦੇ ਆ, ਕੋਈ ਪਿਆਰ ਦੇ ਨਾਲ ਉਹਨੂੰ ਗੁਰੂ ਦਾ ਸਿੱਖ ਕਹਿ ਦਿੰਦਾ, ਕੋਈ ਉਹਨੂੰ ਪਿਆਰ ਦੇ ਨਾਲ ਗੁਰੂ ਖਾਲਸਾ ਵੀ ਕਹਿ ਦਿੰਦਾ ਹੈ, ਕੋਈ ਉਹਨੂੰ ਆਖ ਦਿੰਦਾ ਵੀ ਇਹ ਬੜਾ ਸਾਧੂ ਰੂਪ ਹੈ, ਕੋਈ ਸੰਤ ਕਹਿ ਦਿੰਦਾ, ਕੋਈ ਕਹਿ ਦਿੰਦਾ ਵੀ ਇਹ ਬਹੁਤ ਮਹਾਂਪੁਰਖ ਹੈ। ਇਹ ਜਿੰਨੇ ਵੀ ਨਾਮ ਨੇ, ਇਹ ਨਾਮ ਜਪਣ ਵਾਲਿਆਂ ਨੂੰ, ਜਿਹੜੇ ਗੁਰੂ ਦੇ ਨਾਲ ਪਿਆਰ ਕਰਦੇ ਨੇ, ਉਹਨਾਂ ਨੂੰ ਇਹਨਾਂ ਨਾਮਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਜਿਹੜੇ ਬੰਦੇ ਦੇ ਨਿਰਮਲ ਕਰਮ ਹੁੰਦੇ ਆ, ਸੱਚ ਦੇ ਰਾਹ ਤੇ ਚੱਲਦਾ, ਅਧਿਆਤਮਕ ਦੇ ਰਾਹ ਤੇ ਚੱਲਦਾ ਹੈ, ਉਹ ਝੂਠ ਨਹੀਂ ਬੋਲਦਾ, ਠੱਗੀ ਧੋਖਾ ਨਹੀਂ ਕਰਦਾ ਕਿਸੇ ਨਾਲ, ਕੋਈ ਫਰੇਬ ਨਹੀਂ ਕਰਦਾ, ਦੁੱਖ ਸੁੱਖ ਦੇ ਵਿੱਚ ਪਰਮਾਤਮਾ ਦੇ ਭਾਣੇ ਵਿੱਚ ਖੁਸ਼ ਰਹਿੰਦਾ ਹੈ। ਕਿਉਂਕਿ ਗੁਰਸਿੱਖੀ ਦੇ ਵਿੱਚ ਇਹ ਸਾਨੂੰ ਸਿਖਾਇਆ ਜਾਂਦਾ। ਦੇਖੋ, ਜਦੋਂ ਵਿਆਹ ਹੁੰਦਾ ਆਪਣਾ, ਉਦੋਂ ਵੀ ਆਪਾਂ ਆਨੰਦ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰਦੇ ਹਾਂ। ਜੇ ਬੱਚੇ ਦਾ ਜਨਮ ਹੋਵੇ, ਜਨਮ ਤੇ ਕੀਰਤਨ ਕਰਦੇ ਆ, ਗੁਰਬਾਣੀ ਪੜ੍ਹਦੇ ਆ, ਉਸ ਸਮੇਂ ਵੀ ਆਪਾਂ ਆਨੰਦ ਸਾਹਿਬ, ਜਿਹੜਾ ਆਨੰਦ ਦਾ ਅਰਥ ਹੁੰਦਾ ਖੁਸ਼ੀ, ਖੇੜਾ, ਉਦੋਂ ਵੀ ਆਪਾਂ ਆਨੰਦ ਸਾਹਿਬ ਦਾ ਪਾਠ ਕਰਕੇ ਦੇਗ ਵਰਤਾਉਣੇ ਆ। ਦੇਖੋ, ਗੁਰਸਿੱਖੀ ਕਿੱਡੀ ਵੱਡੀ ਇਹ ਮਹਾਰਾਜ ਨੇ ਆਪਾਂ ਨੂੰ ਦਾਤ ਬਖਸ਼ੀ ਆ, ਗੁਰੂ ਸਾਹਿਬ ਨੇ। ਨਹੀਂ ਤਾਂ ਦੇਖ ਲਓ, ਜਿੰਨੇ ਮਰਜ਼ੀ ਧਰਮ ਪੜ੍ਹ ਲਓ, ਜਦੋਂ ਕੋਈ ਦੁੱਖ ਹੁੰਦਾ ਉਹ ਰੋਂਦੇ ਆ, ਉਦੋਂ ਕੋਈ ਉਹਨਾਂ ਦੇ ਅੰਦਰ ਖੇੜਾ ਜਾਂ ਚਾਹ, ਖੁਸ਼ੀ ਨਹੀਂ ਹੁੰਦੀ। ਪਰ ਜਿਹੜੇ ਗੁਰਸਿੱਖੀ ਦਾ ਜੀਵਨ ਹੈ, ਜੇ ਜਨਮ ਹੁੰਦਾ ਤਾਂ ਵੀ ਆਨੰਦ ਸਾਹਿਬ ਦਾ ਪਾਠ, ਖੁਸ਼ੀ ਦਾ। ਜੇ ਬੰਦੇ ਦਾ ਵਿਆਹ ਹੁੰਦਾ ਤਾਂ ਉਦੋਂ ਤਾਂ ਖੁਸ਼ੀ ਹੁੰਦੀ ਆਪਾਂ ਨੂੰ, ਮੈਰਿਜ ਦੇ ਸਮੇਂ ਦਾ, ਉਦੋਂ ਸਾਰੇ ਖੁਸ਼ੀਆਂ ਮਨਾਉਂਦੇ ਆਪਾਂ, ਉਦੋਂ ਵੀ ਆਨੰਦ ਸਾਹਿਬ ਦਾ ਪਾਠ। ਜਦੋਂ ਮੌਤ ਹੋ ਜਾਂਦੀ ਆ, ਚਾਹੇ ਵੇਖ ਲਓ ਬਚਪਨ 'ਚ ਮੌਤ ਹੋਈ ਹੋਵੇ, ਚਾਹੇ ਜਵਾਨੀ ਦੇ ਵਿੱਚ ਮੌਤ ਹੋਈ ਹੋਵੇ, ਚਾਹੇ ਉਹ ਸਾਰੀ ਉਮਰ ਬਜ਼ੁਰਗ ਅਵਸਥਾ 'ਚ ਉਹਦੀ ਮੌਤ ਹੋਈ ਹੋਵੇ, ਬਿਰਧ ਅਵਸਥਾ 'ਚ, ਤੇ ਆਨੰਦ ਸਾਹਿਬ ਦਾ ਪਾਠ ਹਰ ਮੌਤ ਦੇ ਸਮੇਂ ਵੀ ਕੀਤਾ ਜਾਂਦਾ। ਆਖੋ ਸਤਿਨਾਮ। ਕਿਉਂ ਕੀਤਾ ਜਾਂਦਾ? ਕਹਿੰਦੇ ਸੋ ਸਖਾ ਸਿੱਖ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ, ਕਿਉਂਕਿ ਗੁਰੂ ਦਾ ਸਿੱਖ ਹੈ, ਇਹ ਦੁੱਖ ਅਤੇ ਸੁੱਖ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦਾ, ਉਹਦੇ ਅੱਗੇ ਬੇਨਤੀਆਂ ਕਰਦਾ, ਕਹਿੰਦਾ ਮਹਾਰਾਜ ਤੇਰੀ ਚੀਜ਼ ਸੀ, ਤੂੰ ਲੈ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਪਰਿਵਾਰ ਵਿਛੜ ਗਿਆ, ਭਾਈ ਰਾਮ ਸਿੰਘ ਜੀ ਤੇ ਹੋਰ ਸਿੱਖ ਜਦੋਂ ਗੁਰੂ ਸਾਹਿਬ ਜੀ ਇਹ ਚਮਕੌਰ ਗੜੀ ਦੇ ਵਿੱਚ 1.25 ਲੱਖ ਦੇ ਨਾਲ ਇੱਕ ਨੂੰ ਲੜਾ ਕੇ ਉੱਥੋਂ ਨਿਕਲਿਆ। ਪਹਿਲਾਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ,
ਉੱਥੇ ਘੋਰ ਯੁੱਧ ਹੋਇਆ। ਇਹ ਸਾਰਾ ਜਿਹੜੇ ਦਿਨ ਨੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਹੀ ਸਾਰੀਆਂ ਸੰਗਤਾਂ ਨੇ ਮਨਾਏ ਨੇ। ਜਿੱਥੇ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਫਤਿਹਗੜ੍ਹ ਸਾਹਿਬ ਪਵਿੱਤਰ ਧਰਤੀ, ਉਹ ਐਤਕੀ ਵਾਰ ਇੰਨਾ ਸੰਗਤਾਂ ਦਾ ਪਿਆਰ, ਇੰਨਾ ਪ੍ਰੇਮ, ਇੰਨਾ ਵਿਰਾਗ ਸੰਗਤਾਂ ਦੇ ਵਿੱਚ ਮਹਾਰਾਜ ਦੇ ਪਰਿਵਾਰ ਦੇ ਨਾਲ 55 ਲੱਖ ਤੋਂ ਉੱਪਰ ਸੰਗਤਾਂ ਨੇ ਸਰਹੰਦ ਦੀ ਧਰਤੀ ਤੇ ਹਾਜ਼ਰੀ ਭਰੀ। ਆਖੋ ਸਤਿਨਾਮ। ਇਹ ਇੱਕ ਰਿਕਾਰਡ ਹੈ ਦੁਨੀਆ ਦੇ ਵਿੱਚ। ਪੂਰੇ ਵਰਲਡ ਦੇ ਵਿੱਚੋਂ ਸੰਗਤਾਂ ਸਰਹੰਦ ਦੀ ਦੀਵਾਰ ਦੇ ਦਰਸ਼ਨ ਕਰਨ, ਉਸ ਧਰਤੀ ਦੀ ਚਰਨ ਛੂਹ ਪ੍ਰਾਪਤ ਕਰਨ ਵਾਸਤੇ। ਇੱਥੇ ਦੁਨੀਆ ਮਰਦੀ ਆ, ਦੇਖ ਲਓ। ਬੰਦੇ ਦਾ 3 ਪੜਾਵਾਂ ਦੇ ਵਿੱਚ ਜੀਵਨ ਹੁੰਦਾ। ਇੱਕ ਬੰਦੇ ਦਾ ਜਨਮ, ਫਿਰ ਜਨਮ ਤੋਂ ਬਾਅਦ ਉਹਦਾ ਜੀਵਨ ਯਾਤਰਾ, ਅਖੀਰ ਵਿੱਚ ਉਹਦੀ ਮੌਤ। ਇੱਥੇ ਪਤਾ ਨਹੀਂ ਕਿੱਡੇ ਕਿੱਡੇ ਰਾਜੇ ਮਹਾਰਾਜੇ ਚਲੇ ਗਏ, ਜਿਨ੍ਹਾਂ ਕੋਲੇ ਸੈਂਕੜੇ ਕਿੱਲਿਆਂ ਜ਼ਮੀਨ ਸੀ, ਕਿੰਨਾ ਕਿੰਨਾ ਸੋਨਾ, ਕਿੱਡੇ ਕਿੱਡੇ ਮਹਿਲ ਸਨ ਉਹਨਾਂ ਦੇ, ਜਿਹੜੇ ਕਹਿੰਦੇ ਸੀ ਵੀ ਸਾਡੇ ਹੁਕਮ ਤੋਂ ਬਿਨਾਂ ਇੱਥੇ ਪੱਤਾ ਵੀ ਨਹੀਂ ਝੁੱਲ ਸਕਦਾ, ਕੋਈ ਹੁਕਮ ਦੀ ਅਦੁਲੀ ਨਹੀਂ ਸੀ ਕਰ ਸਕਦਾ ਉਹਨਾਂ ਦੀ। ਦੱਸੋ, ਮਹਾਰਾਜ ਕਹਿੰਦੇ ਉਹ ਜਿਹੜੇ ਰਾਜੇ ਮਹਾਰਾਜੇ ਸੀ, ਜੀਤ ਫਿਰੈ ਸਭ ਦੇਸ ਦਸਾਨ ਕੋ, ਵਾਜਤ ਢੋਲ ਮਿਰਦੰਗ ਨਿਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹੈ, ਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ, ਸ੍ਰੀਪਦ ਸ੍ਰੀ ਭਗਵਾਨ ਭਜਨ ਅੰਤ ਕੋ ਅੰਤ ਕੇ ਧਾਮ ਸਦਾਰੇ। ਮਹਾਰਾਜ ਕਹਿੰਦੇ ਉਹ ਵੀ, ਉਹਨਾਂ ਨੂੰ ਵੀ ਨੰਗੇ ਪੈਰੀ ਸੰਸਾਰ ਤੋਂ ਜਾਣਾ ਪਿਆ। ਜੀਤ ਫਿਰੈ ਸਭ ਦੇਸ ਦਸਾਨ ਕੋ, ਕਹਿੰਦੇ ਜਦੋਂ ਦੇਸ ਦਸਾਂਤਰਾਂ ਨੂੰ ਜਿੱਤ ਕੇ ਆਉਂਦੇ ਸੀ ਨਾ, ਗਵਾਂਢੀਆਂ ਦੇ ਸੂਬਿਆਂ ਨੂੰ, ਜਿਹੜੇ ਤੁਹਾਡੇ ਚੋਂ ਨਿਤਨੇਮ ਦੀ ਬਾਣੀ ਪੜ੍ਹਦੇ ਆ, ਬਹੁਤ ਘੱਟ ਲੋਕ ਆ ਜਿਹੜੇ ਨਿਤਨੇਮ ਕਰਦੇ ਆ। ਮੱਥਾ ਟੇਕਣ ਤਾਂ ਬਹੁਤ ਜਾਂਦੇ ਆ, ਗੁਰਦੁਆਰੇ ਵੀ ਜਾਂਦੇ ਆ, ਸ਼ਹੀਦੀਆਂ ਦੀ ਜਗ੍ਹਾ ਤੇ ਵੀ ਜਾ ਕੇ ਨਮਸਕਾਰ ਕਰਦੇ ਆ, ਬੜੇ ਥਾਂ ਤੇ ਜਾਂਦੇ ਆਪਾਂ, ਸੰਤਾਂ ਦੇ ਕੋਲੇ ਵੀ ਜਾਂਦੇ ਲੋਕ। ਪਰ ਜਿਹੜਾ ਆਪਾਂ ਨਿਤਨੇਮ ਵਸਾਰਿਆ ਹੋਇਆ, ਹੁਣ ਵੇਖ ਲਓ ਜੀ ਅੱਜ ਕਿੰਨੀ ਸੰਗਤ ਆ। ਜੇ ਸਾਰੀ ਸੰਗਤ ਦੇ ਹੱਥ ਖੜੇ ਕਰਾਈਏ ਵੀ ਤੁਹਾਡੇ ਜੋ ਬੰਦੇ ਹੱਥ ਖੜੇ ਕਰੋ ਜਿਹੜੇ ਸਵੇਰੇ 5 ਬਾਣੀਆਂ ਦਾ ਨਿਤਨੇਮ ਕਰਕੇ ਆਏ ਆ, ਮੈਨੂੰ ਲੱਗਦਾ ਨਹੀਂ ਵੀ 10 ਜਾਂ 5 ਤੋਂ ਉੱਪਰ ਹੋ ਜਾਣਗੇ। ਆਖੋ ਸਤਿਨਾਮ। ਜਾਂ ਜਿਹੜੇ ਰਹਿ ਰਾਸ ਦਾ ਪਾਠ ਰੋਜ਼ ਕਰਦੇ ਆ। ਤੇ ਜੇ ਕਿਸੇ ਨੂੰ ਪੁੱਛ ਲਈਏ ਤੁਸੀਂ ਮੰਨਦੇ ਕਿਹਨੂੰ ਆ, ਜਿਹੜਾ ਮਰਜ਼ੀ ਪੁੱਛ ਲਓ, ਕਹਿਣਗੇ ਅਸੀਂ ਤਾਂ ਗੁਰੂ ਸਾਹਿਬ ਨੂੰ ਮੰਨਦੇ ਆ, ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ। ਪਰ ਗੁਰੂ ਸਾਹਿਬ ਨੂੰ ਮੱਥਾ ਜ਼ਰੂਰ ਟੇਕਦੇ ਆ, ਮਹਾਰਾਜ ਦੇ ਬਚਨ ਨਹੀਂ ਮੰਨਦੇ ਆਪਾਂ। ਤੇ ਦੇਖੋ ਵੀ ਜਿਹੜੇ ਨਿਤਨੇਮ ਕਰਦੇ ਆ ਰੋਜ਼, ਸਵੈ ਪ੍ਰਸਾਦ ਸਵਈਏ, ਉਹਨਾਂ ਵਿੱਚ ਮਹਾਰਾਜ ਨੇ ਬੜੇ ਵਿਰਾਗ ਦੇ ਸਵਈਏ ਲਿਖੇ ਆ। ਮਹਾਰਾਜ ਕਹਿੰਦੇ ਜੀਤ ਫਿਰੈ ਸਭ ਦੇਸ ਦਸਾਨ ਕੋ, ਵਾਜਤ ਹੈ ਢੋਲ ਮਰਦੰਗ ਨਗਾਰੇ। ਕਹਿੰਦੇ ਜਦੋਂ ਬੰਦਾ ਦੇਸ਼ ਦਸਾਂਤਰਾਂ ਨੂੰ ਰਾਜੇ ਜਿੱਤ ਕੇ ਆਉਂਦੇ ਸੀ ਨਾ ਆਪਦੇ ਰਾਜ ਵਿੱਚ, ਤੇ ਫਿਰ ਲੋਕ ਆ ਜਿਹੜੇ ਉਹਦੇ ਨਾਲ ਢੋਲ ਵਜਾਉਂਦੇ ਸੀ, ਮਰਦੰਗ ਨਗਾਰੇ ਵੱਜਦੇ ਸੀ ਉਹਦੇ ਪਿੱਛੇ, ਵੀ ਸਾਡਾ ਜਿਹੜਾ ਰਾਜਾ ਜਿੱਤ ਕੇ ਆਇਆ। ਜਿਵੇਂ ਹੁਣ ਵੀ ਲਾ ਲਓ ਤੁਸੀਂ ਐਗਜ਼ਾਮਪਲ ਤੌਰ ਤੇ, ਜੇ ਕੋਈ ਸਰਪੰਚ ਬਣ ਜਾਂਦਾ, ਕੋਈ ਮੈਂਬਰ ਜਾਂ MLA ਜਾਂ MP, ਜਿਹੜੇ ਉਹਦੇ ਫਾਲੋਅਰ ਹੁੰਦੇ ਆ, ਪਿੱਛੋਂ ਫਿਰ ਉਹਦੇ ਭੰਗੜੇ ਪਾਉਂਦੇ ਆ, ਨੱਚਦੇ ਆ, ਰੰਗ ਪਾਉਂਦੇ ਆ, ਕਿੰਨਾ ਕੁਛ ਕਰਦੇ ਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜੀਤ ਫਿਰੈ ਸਭ ਦੇਸ ਦਸਾਨ ਕੋ, ਬਾਜਤ ਹੈ ਢੋਲ ਮਰਦੰਗ ਨਗਾਰੇ।
ਕਹਿੰਦੇ ਫਿਰ ਉਹ ਭੰਗੜੇ ਪਾਉਂਦੇ ਆ, ਨੱਚਦੇ ਆ, ਤੇ ਨਾਲ ਕਹਿੰਦੇ ਉਹਨਾਂ ਦੇ ਹਾਥੀ ਘੋੜੇ ਆਦਿਕ ਉਹ ਵੀ ਫਿਰ ਕਹਿੰਦੇ ਮਹਾਰਾਜ ਕਹਿੰਦੇ ਮਗਰ ਉਹਨਾਂ ਦੇ ਨਿਰਤ ਕਰਦੇ ਜਿਹੜੇ ਹਾਥੀ ਘੋੜੇ ਹੁੰਦੇ ਆ ਨਾ, ਉਹ ਫਿਰ ਮਗਰ ਕੋਈ ਘੋੜੇ ਕੁੱਦਦੇ ਆ, ਹਾਥੀ ਆ ਜਿਹੜੇ ਸੁੰਨਾਂ ਦੇ ਨਾਲ ਨਮਸਕਾਰਾਂ ਪਏ ਕਰਦੇ ਆ। ਇਸ ਤਰ੍ਹਾਂ ਗੂੰਜਤ ਗੂਣ ਗਜਾਨ ਕੇ ਸੁੰਦਰ ਹੈਸਤ ਹੈ ਰਾਜ ਹਜ਼ਾਰੇ। ਮਹਾਰਾਜ ਕਹਿੰਦੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ। ਕਿੰਨੇ ਕਹਿੰਦੇ ਭੂਤ ਪਹਿਲਾਂ ਕਿੰਨੇ ਕ ਰਾਜੇ ਹੋ ਗਏ, ਕੋਈ ਗਿਣਤੀ ਨਹੀਂ ਕਰ ਸਕਦਾ। ਇੰਨੇ ਰਾਜੇ ਹੋ ਗਏ ਨਾ ਜਦੋਂ ਦੀ ਸ੍ਰਿਸ਼ਟੀ ਸਾਜੀ ਆ। ਮਹਾਰਾਜ ਕਹਿੰਦੇ 10ਵੇਂ ਪਾਤਸ਼ਾਹ ਵੀ ਕੋਈ ਰਾਜਿਆਂ ਦੀ ਗਿਣਤੀ ਨਹੀਂ ਕਰ ਸਕਦਾ, ਇੰਨੇ ਕ ਰਾਜੇ ਹੋ ਗਏ। ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੰਨੇ ਹੋਣਗੇ, ਹੁਣ ਵਰਤਮਾਨ ਦੇ ਸਮੇਂ 'ਚ ਪਤਾ ਨਹੀਂ ਕਿੰਨੇ ਕ ਹੈਗੇ ਆ। ਕੋਈ ਮਹਾਰਾਜ ਕਹਿੰਦੇ ਕੌਣ ਗਣੇ ਨਹੀਂ ਜਾਤ ਵਿਚਾਰੇ, ਕੋਈ ਉਹਨਾਂ ਦੀ ਗਿਣਤੀ ਮਿਣਤੀ ਨਹੀਂ ਕਰ ਸਕਦਾ। ਮਹਾਰਾਜ ਨੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕਹਿੰਦੇ ਉਹ ਵੀ ਸੰਸਾਰ ਤੋਂ ਚਲੇ ਗਏ। ਇੱਕ ਦਿਨ ਅਸੀਂ ਫਰੀਦਕੋਟ ਨਮਸਕਾਰ ਕਰ ਲਏ, ਉੱਥੇ ਵੱਡਾ ਪ੍ਰੋਗਰਾਮ ਸੀ ਕੋਈ ਅਫਸਰਾਂ ਦਾ ਰੱਖਿਆ। ਅਸੀਂ ਆਖਿਆ ਵੀ ਬਾਬਾ ਫਰੀਦ ਜੀ ਦੇ ਨਮਸਕਾਰ ਕਰਕੇ ਆਈਏ। ਜਦੋਂ ਅਸੀਂ ਤੁਰ ਕੇ ਗਏ ਨਾ, ਤੁਹਾਡੇ 'ਚ ਵੀ ਸਾਰੇ ਗਏ ਹੋਣਗੇ ਬਾਬਾ ਫਰੀਦ ਜੀ ਦੇ, ਆਪਣੇ ਤਾਂ ਮਹਾਰਾਜ ਦੀ ਕਿਰਪਾ ਉਹਨਾਂ ਦੇ ਸਾਰੇ ਜ਼ਿਲ੍ਹੇ ਦੇ ਉਹਨਾਂ ਦਾ ਆਸ਼ੀਰਵਾਦ ਚੱਲ ਰਿਹਾ ਸਾਰੇ। ਜਦੋਂ ਦਰਸ਼ਨ ਕਰਨ ਗਏ, ਇੱਕ ਪਾਸੇ ਰਾਜੇ ਦਾ ਕਿਲਾ ਤੁਸੀਂ ਵੀ ਦੇਖਿਆ ਹੋਊ, ਉਧਰ ਭਗਤ ਫਰੀਦ ਜੀ ਦਾ ਉਹ ਅਸਥਾਨ ਜਿੱਥੇ ਬਾਬਾ ਜੀ ਨੇ ਤਪ ਕੀਤਾ, ਸਿਮਰਨ ਕੀਤਾ, ਸੰਗਤਾਂ ਨੂੰ ਉਤਾਰਿਆ, ਇੰਨੀ ਗੁਰਬਾਣੀ ਦੀ ਰਚਨਾ ਕੀਤੀ। ਅਸੀਂ ਇਹਨਾਂ ਨੂੰ ਸੇਵਾਦਾਰਾਂ ਨੂੰ ਕਿਹਾ, ਮੈਂ ਕਿਹਾ ਦੇਖੋ ਵੀ ਇੱਕ ਪਾਸੇ ਦਾ ਰਾਜੇ ਦਾ ਕਿਲਾ, ਦੂਸਰੇ ਪਾਸੇ ਇੱਕ ਭਗਤ ਦੀ ਜਗ੍ਹਾ ਹੈ। ਉਧਰ ਲੋਕ ਲੈਣਾ ਲਾ ਕੇ ਨਮਸਕਾਰ ਪਏ ਕਰਦੇ ਆ, ਉੱਥੋਂ ਦੀ ਚਰਨ ਧੂੜ ਆਪਦੇ ਮਸਤਕ ਨਾਲ ਲਾਉਂਦੇ ਆ। ਕੀਰਤਨ ਹੋ ਰਿਹਾ ਸੀ, ਪਾਠ ਚੱਲ ਰਹੇ ਸਨ, ਆਏ ਸੰਗਤਾਂ ਆ ਰਹੀਆਂ ਸੀ ਵਹੀਰਾਂ ਘੱਟ ਕੇ। ਇੱਕ ਪਾਸੇ ਰੱਬ ਦੀ ਬੰਦਗੀ ਕਰਨ ਵਾਲੇ ਸਿਮਰਨ ਵਾਲੇ ਦੀ ਜਗ੍ਹਾ, ਬਿਲਕੁਲ ਉਹਦੇ ਸਾਹਮਣੇ ਹੀ ਨਾਲ ਇੱਕ ਰਾਜੇ ਦੀ ਜਗ੍ਹਾ। ਉੱਥੇ ਕੋਈ ਮੱਥਾ ਟੇਕਣ ਵਾਲਾ ਨਹੀਂ, ਉੱਥੇ ਕਾਂ ਬੋਲਦੇ ਆ, ਸੰਤਰੀ ਖੜਾ, ਪੂਰਾ ਕਰਗਟ ਲੋਕਾਂ ਦਾ ਕੰਧ ਨਾਲ ਢੇਰ ਲਾਏ ਪਏ। ਦੇਖੋ ਵੀ ਇੱਕ ਪਾਸੇ ਆਪਣੇ ਆਪ ਨੂੰ ਰਾਜਾ ਕਹਾਉਣ ਵਾਲਾ, ਕਿੰਨੀ ਜ਼ਮੀਨ ਉਹਦੀ ਆਪਾਂ ਦੇਖਦੇ ਆ ਰੋਜ਼ ਇੱਥੇ, ਕਿੰਨੀ ਜ਼ਮੀਨ ਉਹਦੀ ਵਿਹਲੀ ਪਈ ਆ, ਕੋਈ ਉਹਦੀ ਜ਼ਮੀਨ ਨੂੰ ਸੰਭਾਲਣ ਵਾਲਾ ਹੈ ਨਹੀਂ। ਆਖੋ ਸਤਨਾਮ। ਤੇ ਭਗਤ ਫਰੀਦ ਜੀ ਦੀ ਵੇਖੋ ਜੈ ਜੈਕਾਰ। ਅੱਜ ਵੀ ਤੁਸੀਂ ਜਾ ਕੇ ਦੇਖ ਲਓ, ਉੱਥੇ ਲੋਕ ਮੱਥਾ ਟੇਕਦੇ ਹੋਣਗੇ, ਕੋਈ ਲੰਗਰ ਛਕਦਾ ਹੋਊ, ਕੋਈ ਪੋਚੇ ਲਾਈ ਜਾਂਦਾ ਹੋਣਾ, ਕੋਈ ਨਾਮ ਜਪੀ ਜਾਂਦਾ। ਤੇ ਜਿਹੜਾ ਕਹਿੰਦਾ ਸੀ ਮੈਂ ਵੱਡਾ ਮੈਂ ਰਾਜਾ, ਇਹ ਜ਼ਿਲ੍ਹੇ ਦਾ ਮਾਲਕ, ਉਧਰ ਨੂੰ ਕੋਈ ਮੂੰਹ ਨਹੀਂ ਕਰਦਾ। ਇਸੇ ਤਰ੍ਹਾਂ ਹੀ ਸਰਹੰਦ ਦੀ ਧਰਤੀ ਫਤਿਹਗੜ੍ਹ ਸਾਹਿਬ, ਐਤਕੀ ਵਾਰ ਇੰਨਾ ਰਿਕਾਰਡ ਬਣਿਆ 55 ਲੱਖ ਤੋਂ ਉੱਪਰ, ਜਿਹੜਾ ਔਨ ਰਿਕਾਰਡ ਚੈਨਲਾਂ ਨੇ ਦੱਸਿਆ ਵੀ ਇੰਨੀਆਂ ਸੰਗਤਾਂ ਉੱਥੇ ਸਾਹਿਬਜ਼ਾਦਿਆਂ ਦੇ ਜਾਣ ਕੇ ਨਮਸਕਾਰ ਕਰਕੇ ਆਈਆਂ, ਉੱਥੋਂ ਦੀ ਚਰਨ ਧੂੜ ਲੈ ਕੇ ਆਈਆਂ। ਕਿਉਂਕਿ ਮਰਨ ਮਨਸਾ ਸੂਰਿਆ ਹੱਕ ਹੈ, ਜੇ ਹੋਏ ਮਰੇ ਪਰਵਾਣੋ। ਕਹਿੰਦੇ ਉਹਨਾਂ ਦਾ ਜਿਹੜਾ ਮਰਨਾ ਸੀ ਉਹ ਵੀ ਸੱਚਾ ਸੀ, ਉਹਨਾਂ ਦਾ ਜਿਹੜਾ ਜੀਵਨ ਸੀ ਉਹ ਵੀ ਸੱਚਾ ਸੀ, ਤੇ ਸਾਡਾ ਮਰਨਾ ਵੀ ਗੁਰਮੁਖੋਂ ਝੂਠ ਆ, ਤੇ ਸਾਡਾ ਜੀਵਨ ਵੀ ਝੂਠ ਦੇ ਵਿੱਚ ਹੀ ਲੰਘ ਜਾਂਦਾ। ਤੇ ਜਿੰਨਾ ਚਿਰ ਹੁੰਨੇ ਆ ਉਹਨਾਂ ਚਿਰ ਹੀ ਹੈ। ਮਹਾਰਾਜ ਕਹਿੰਦੇ ਜਦੋਂ ਇਹਦੇ ਵਿੱਚੋਂ ਇਹ ਜੋਤ ਨਿਕਲ ਗਈ, ਬਸ ਮੁੜ ਕੇ ਭੌਰ ਅਡਾਰੀ ਮਾਰ ਗਿਆ। ਮਹਾਰਾਜ ਕਹਿੰਦੇ ਨੇ ਫਿਰ ਉਦੋਂ ਕੋਈ ਵੀ ਨਾਮ ਲੈਣ ਵਾਲਾ ਨਹੀਂ ਹੁੰਦਾ, ਕੋਈ ਯਾਦ ਨਹੀਂ ਕਰਦਾ ਵੀ ਸਾਡਾ ਪਿਓ ਸੀਗਾ ਜੀ, ਉਹਨੇ ਇੰਨਾ ਕੁਛ ਕੀਤਾ। ਭੋਗ ਤੱਕ ਹੀ ਉਹਨੂੰ ਲੋਕ ਯਾਦ ਕਰਦੇ ਆ, ਤੇ ਨਹੀਂ ਤਾਂ ਮੁੜ ਕੇ ਜਦੋਂ
ਆ ਦੀਵਾਲੀ ਦੂਲੀ ਜੀ ਆਉਂਦੀ, ਥੋੜਾ ਚਿਰ ਫੋਟੋ ਜੀ ਲਾ ਕੇ ਰੱਖਦੇ ਆ ਘਰੇ, ਉਦੋਂ ਫਿਰ ਰੰਗ ਰੋਗਣ ਕਰਨਾ ਹੁੰਦਾ, ਮੁੰਡੇ ਕਹਿੰਦੇ ਲਾ ਕੇ ਰੱਖ ਦਿਓ, ਐਵੇਂ ਮਰੇ ਨੂੰ ਮੱਥੇ ਕਿਉਂ ਲਾਉਣਾ, ਆਖੋ ਸਤਨਾਮ। ਫਿਰ ਤਾਂ ਉਹ ਆਏ ਕਹਿੰਦੇ ਆ। ਹੁਣ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਪਈ ਆ, ਲੋਕਾਂ ਦੇ ਵਿੱਚ ਮੋਹ ਮੁਹੱਬਤ ਪਿਆਰ ਰਿਸ਼ਤੇ ਨਾਤੀ ਉਹ ਜਿਹੜਾ ਹੌਲੀ ਹੌਲੀ ਖਤਮ ਹੋ ਰਿਹਾ, ਕਿਉਂਕਿ ਸਾਡੀ ਜਿਹੜੀ ਖੁਰਾਕ ਇਹੋ ਜਿਹੀ ਹੋ ਗਈ, ਸਾਡੇ ਵਿਚਾਰ ਇਹੋ ਜਿਹੇ ਹੋ ਗਏ, ਲੋਕਾਂ 'ਚ ਸ਼ਰਧਾ ਭਾਵਨਾ ਵਿਸ਼ਵਾਸ ਗੁਰੂ ਪ੍ਰਤੀ ਵੀ ਖਤਮ ਹੋ ਰਹੀ ਆ, ਤੇ ਇਸੇ ਤਰ੍ਹਾਂ ਹੀ ਆਪਦੇ ਮਾਂ ਪਿਓ ਦੇ ਪ੍ਰਤੀ ਵੀ ਜਿਹੜੀ ਉਹ ਸੇਵਾ ਸਿਮਰਨ ਵਾਲੀ ਭਾਵਨਾ ਸੀ ਉਹ ਵੀ ਖਤਮ ਹੁੰਦੀ ਜਾ ਰਹੀ ਆ। ਹੁਣ ਨਹੀਂ ਕੋਈ ਲੋਕੀ ਯਾਦ ਕਰਦੇ। ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਲਿਖੇ ਆ। ਉਹ ਕਹਿੰਦੇ ਵੀ ਜੇ ਤੁਸੀਂ ਸੰਸਾਰ ਵਿੱਚ ਆਇਆ ਹੋਇਆ ਆਪਣੇ ਆਪ ਨੂੰ ਸਫਲਿਆ ਕਰਨਾ, ਜੇ ਗੁਰੂ ਦੀ ਖੁਸ਼ੀ ਲੈਣੀ ਆ, ਫਿਰ ਮਹਾਰਾਜ ਉਹਨਾਂ ਨੇ ਬਚਨ ਕੀਤੇ ਬੜੇ ਸੁੰਦਰ, ਉਹਨਾਂ ਨੇ ਵਾਰ ਲਿਖੀ ਆ, ਮੈਂ ਸੁਣਾ ਕੇ ਤੁਹਾਨੂੰ ਸਮਾਪਤੀ ਕਰਦਾ। ਉਹ ਕਹਿੰਦੇ ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਕਹਿੰਦੇ ਕਲਯੁਗ ਦਾ ਸਮਾਂ ਐਸਾ ਆ ਗਿਆ ਵੀ ਜਿਹੜੇ ਬੱਚੇ ਆ ਨਾ, ਬੱਚੇ ਇਹ ਮਾਂ ਪਿਓ ਦੀ ਤਾਂ ਗੱਲ ਨਹੀਂ ਸੁਣਦੇ। ਮਾਂ ਪਿਓ ਆਵਾਜ਼ਾਂ ਮਾਰੀ ਜਾਂਦਾ ਵੀ ਆਹ ਕੰਮ ਕਰ ਲਾ, ਉਹ ਕਰ ਲਾ, ਬਿਲਕੁਲ ਧਿਆਨ ਨਹੀਂ ਦਿੰਦੇ ਉਹਦੇ ਵੱਲ। ਕਹਿੰਦੇ ਮਾਂ ਪਿਓ ਨੂੰ ਛੱਡ ਕੇ ਵੇਦਾਂ ਸ਼ਾਸਤਰਾਂ ਦੀ ਕਹਿੰਦੇ ਕਥਾ ਸੁਣਦੇ ਆ, ਵੀ ਮੈਂ ਤਾਂ ਜੀ ਕਥਾ ਸੁਣ ਚੱਲਿਆ ਜਾਂ ਫਲਾਣੇ ਥਾਂ ਦੀਵਾਨ ਲੱਗੇ ਉੱਥੇ ਚੱਲਿਆ। ਮਾਂ ਪਿਓ ਦਾ ਆਵਾਜ਼ਾਂ ਮਾਰੀ ਜਾਂਦਾ, ਉਹਦੀ ਗੱਲ ਨਹੀਂ ਸੁਣਦਾ। ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਕੋਈ ਵੀ ਰਸਤਾ ਨਹੀਂ ਮਿਲਣਾ। ਉਹ ਕਹਿੰਦੇ ਇਸ ਤਰ੍ਹਾਂ ਹੋਊਗਾ ਜਿਵੇਂ ਇੱਕ ਜੰਗਲ ਦੇ ਵਿੱਚ ਭਟਕਿਆ ਹੋਇਆ ਪ੍ਰਾਣੀ ਆ, ਉਹਨੂੰ ਕੋਈ ਰਸਤਾ ਦੱਸਣ ਵਾਲਾ ਨਹੀਂ, ਹਨੇਰ ਘੋਪਾ ਕਹਿੰਦੇ ਉਲਝਿਆ ਰਹੂਗਾ, ਉਹਨੂੰ ਕੋਈ ਰਸਤਾ ਨਹੀਂ ਦੱਸ ਸਕਦਾ। ਅੱਗੇ ਕਹਿੰਦੇ ਮਾਂ ਪਿਓ ਪਰ ਹਰ ਕਰੇ ਤਪ ਵਨ ਖੰਡ, ਭੁੱਲਾ ਫਿਰੇ ਪ੍ਰਾਣੀ। ਮਾਂ ਪਿਓ ਨੂੰ ਛੱਡ ਕੇ ਕਹਿੰਦੇ ਜੰਗਲਾਂ ਦੇ ਵਿੱਚ ਚਲਿਆ ਗਿਆ, ਉੱਥੇ ਜਾ ਕੇ ਤਪ ਕਰਨ ਲੱਗ ਗਿਆ, ਬੰਦਗੀ ਕਰਨ ਲੱਗ ਗਿਆ, ਪਰ ਕਹਿੰਦੇ ਉਹਨੂੰ ਵੀ ਰੱਬ ਦੇ ਦਰਸ਼ਨ ਨਹੀਂ ਹੋਣੇ, ਕਿਉਂਕਿ ਉਹਨੇ ਮਾਂ ਪਿਓ ਦਾ ਸਤਿਕਾਰ ਨਹੀਂ ਕੀਤਾ, ਮਾਂ ਪਿਓ ਦੀ ਗੱਲ ਨਹੀਂ ਸੁਣੀ, ਮਾਂ ਪਿਓ ਦੀ ਸੇਵਾ ਨਹੀਂ ਕੀਤੀ। ਮਾਂ ਪਿਓ ਪਰ ਹਰ ਕਰੇ ਪੂਜਾ ਦੇਵੀ ਦੇਵ, ਨਾ ਸੇਵ ਕਮਾਣੀ। ਪਰ ਹਰ ਦਾ ਅਰਥ ਹੁੰਦਾ ਜਿਹੜਾ ਪਰ ਹਰ, ਵੀ ਉਹ ਕਿਸੇ ਨੂੰ ਤਿਆਗ ਦੇਣਾ, ਕਿਸੇ ਵੱਲ ਤਵੱਜੋ ਨਾ ਦੇਣੀ, ਕਿਸੇ ਦੀ ਗੱਲ ਨਾ ਸੁਣਨੀ, ਅਣਗੌਲਿਆ ਕਰ ਦੇਣਾ। ਪਰ ਹਰ ਦਾ ਅਰਥ ਇਹ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਮਾਂ ਪਿਓ ਪਰ ਹਰ ਕਰੇ ਪੂਜਾ ਦੇਵੀ ਦੇਵ, ਨਾ ਸੇਵ ਕਮਾਣੀ। ਕਹਿੰਦੇ ਮਾਂ ਪਿਓ ਨੂੰ ਛੱਡਦਾ ਜਾ ਕੇ ਕੀ ਹੋਇਆ ਵੀ ਮਾਂ ਪਿਓ ਦਾ ਘਰੇ ਵਿਚਾਰਾ ਬਿਰਧ ਪਿਆ ਮੰਜੇ ਤੇ। ਉਹ ਕਹਿੰਦਾ ਵੀ ਪੁੱਤ ਮੈਨੂੰ ਪਾਣੀ ਦਾ ਗਲਾਸ ਫੜਾ ਦੇ, ਜਾਂ ਮੈਨੂੰ ਭੁੱਖ ਲੱਗੀ ਆ, ਮੈਨੂੰ ਥੋੜਾ ਜਿਹਾ ਪ੍ਰਸ਼ਾਦਾ ਪਾਣੀ ਛਕਾ ਦੇ। ਉਹਨੂੰ ਪਾਣੀ ਦਾ ਗਲਾਸ ਨਹੀਂ ਦਿੰਦਾ, ਨਾ ਉਹਨੂੰ ਰੋਟੀ ਪਾਣੀ ਖਵਾਉਂਦਾ। ਉਹ ਤਰਸ ਰਿਹਾ, ਤੜਪੀ ਜਾਂਦਾ ਪਿਆ, ਉਹਦੀਆਂ ਅੰਦਰਾਂ ਰੋਂਦੀਆਂ ਨੇ। ਗੜਬਾ ਭਰਿਆ ਦੁੱਧ ਦਾ, ਜਾਂ ਤਾਂ ਗੁਰਦੁਆਰੇ ਨੂੰ ਚੱਲ ਪਿਆ ਜਾਂ ਮੰਦਰ ਵੱਲ ਨੂੰ ਚੱਲ ਪਿਆ। ਉੱਥੇ ਭਾਈ ਗੁਰਦਾਸ ਜੀ ਕਹਿੰਦੇ ਦੇਵੀ ਦੇਵਤਿਆਂ ਦਾ ਇਸ਼ਨਾਨ ਕਰਾਈ ਜਾਂਦਾ ਦੁੱਧ ਨਾਲ। ਇੱਧਰ ਕਹਿੰਦੇ ਕੋਈ ਰਸਤੇ 'ਚ ਛਬੀਲ ਲੱਗੀ ਆ, ਉੱਥੇ ਖੜਾ ਕੇ ਲੋਕਾਂ ਦੇ ਮੂਹਰੇ ਲੰਮਾ ਪੈ ਰਿਹਾ ਵੀ ਵਾਹਿਗੁਰੂ ਜੀ ਪ੍ਰਸ਼ਾਦਾ ਛਕ ਕੇ ਜਾਇਓ, ਚਾਹ ਛਕ ਕੇ ਜਾਇਓ। ਮੂਹਰੇ ਟਾਇਰ ਸਿੱਟੇ ਆ, ਰੱਸੇ ਲਾਏ ਆ, ਕਿਸੇ ਨੂੰ ਲੰਘਣ ਨਹੀਂ ਦਿੰਦਾ। ਉਹ ਕਾਰਾਂ ਵਾਲੇ ਅੰਦਰ ਏਸੀ 'ਚ ਬੈਠੇ ਆ, ਨਾ ਉਹਨਾਂ ਨੂੰ ਪਿਆਸ ਲੱਗੀ ਆ ਨਾ ਭੁੱਖ ਲੱਗੀ ਆ, ਵਧੀਆ ਭੋਜਨ ਖਾ ਕੇ ਆਇਆ, ਘਰੋਂ ਸੂਟ ਬੂਟ ਪਾਏ ਹੋਏ ਆ, ਤੇ ਉਹਨਾਂ ਨੂੰ ਰੋਕ ਕੇ ਧੱਕੇ ਨਾਲ ਵੀ ਆਹ ਚਾਹ ਛਕ ਕੇ ਜਾਇਓ ਜੀ, ਪ੍ਰਸ਼ਾਦਾ ਛਕ ਕੇ ਜਾਇਓ। ਉਹ ਹੱਥ ਜੋੜੀ ਜਾਂਦੇ ਵੀ ਅਸੀਂ ਤਾਂ ਛਕਣਾ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਘਰੇ ਜਿਹੜਾ ਮਾਂ ਪਿਓ ਭੁੱਖਾ ਪਿਆ, ਉਹਨਾਂ ਨੂੰ ਤੂੰ ਕਹਿੰਦੇ ਜਲ ਪਾਣੀ ਛਕਾਉਂਦਾ ਨਹੀਂ, ਉੱਥੇ ਧੱਕੇ ਨਾਲ ਮੂੰਹ ਚ ਪਾਉਣ ਨੂੰ ਫਿਰਦਾ।
ਕਹਿੰਦੇ ਤੇਰੀ ਸੇਵਾ ਜਿਹੜੀ ਹੈ ਪ੍ਰਵਾਨ ਨਹੀਂ ਹੋਣੀ, ਮਹਾਰਾਜ ਤੇਰੇ ਪਖੰਡ ਤੇ ਖੁਸ਼ ਨਹੀਂ ਹੋਣਾ। ਆਖੋ ਸਤਨਾਮ। ਕਹਿੰਦੇ ਹੁਣ ਦੇਖੋ ਵੀ ਛਬੀਲ ਲਾਉਣੀ ਕੋਈ ਮਾੜੀ ਗੱਲ ਨਹੀਂ, ਲੰਗਰ ਲਾਉਣਾ ਕੋਈ ਮਾੜੀ ਗੱਲ ਨਹੀਂ। ਜੇ ਕੋਈ ਦੇਵੀ ਦੇਵਤਿਆਂ ਦਾ ਪੁਜਾਰੀ ਆ, ਹਿੰਦੂ ਜਿਹੜੇ ਪੁਜਾਰੀ ਨੇ, ਠੀਕ ਆ, ਚੰਗੀ ਗੱਲ ਆ। ਆਪਾਂ ਗੁਰੂ ਸਾਹਿਬ ਦੇ ਕੋਲੇ ਦੁੱਧ ਲੈ ਕੇ ਆਉਣੇ, ਲੰਗਰਾਂ 'ਚ ਲੈ ਕੇ ਆਉਣੇ, ਚੰਗੀ ਗੱਲ ਆ। ਪਰ ਇਹਦੇ ਨਾਲ ਸਾਨੂੰ ਧਿਆਨ ਵੀ ਰੱਖਣਾ ਪੈਣਾ। ਜੇ ਇਕੱਲਾ ਉਧਰ ਹੀ ਤੁਰਿਆ ਫਿਰਦਾ ਤੇ ਘਰੇ ਮਾਂ ਪਿਓ ਭੁੱਖੇ ਆ, ਫੇਰ ਤੇਰੀ ਛਬੀਲ ਲਾਈ, ਤੇਰਾ ਲੰਗਰ ਲਾਇਆ, ਤੇਰਾ ਦੇਵੀ ਦੇਵਤਿਆਂ ਦੀ ਕੀਤੀ ਹੋਈ ਪੂਜਾ, ਫੇਰ ਪ੍ਰਵਾਨ ਨਹੀਂ ਹੋਣੀ। ਪਹਿਲਾਂ ਮਾਂ ਪਿਓ ਦੀ ਖੁਸ਼ੀ ਲੈ ਕੇ ਫੇਰ ਲੰਗਰ 'ਚ ਸੇਵਾ ਕਰ, ਗੁਰੂ ਘਰ 'ਚ ਸੇਵਾ ਕਰ, ਕਿਸੇ ਦੀ ਵੀ ਸੇਵਾ ਕਰ, ਤਾਂ ਤੇਰੇ ਉਹਨਾਂ ਦੀ, ਗੁਰੂਆਂ ਦੀ, ਦੇਵੀ ਦੇਵਤਿਆਂ ਦੀ ਖੁਸ਼ੀ ਤੂੰ ਤਾਂ ਲੈ ਸਕਦਾ ਜੇ ਜਿਹੜੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਜੇ ਉਹਨਾਂ ਦੀ ਸੇਵਾ ਕਰੇਗਾ। ਅਗਲਾ ਬਚਨ ਭਾਈ ਗੁਰਦਾਸ ਜੀ ਕੀ ਕਹਿੰਦੇ ਆ? ਕਹਿੰਦੇ ਮਾਂ ਪਿਓ ਪਰ ਹਰ ਕਰੇ ਪੁੰਨ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਕਹਿੰਦੇ ਮਾਂ ਪਿਓ ਨੂੰ ਛੱਡ ਕੇ, ਹੁਣ ਇੱਕ ਬਿਰਧ ਮਾਤਾ ਪਈ ਆ ਮੰਜੇ ਤੇ, ਜਾਂ ਉਹਦਾ ਪਿਓ ਪਿਆ ਜਾਂ ਦਾਦਾ ਦਾਦੀ ਪਏ ਆ, ਉਹ ਆਪਦੇ ਬੱਚਿਆਂ ਨੂੰ ਆਵਾਜ਼ ਮਾਰ ਕੇ ਕਹਿੰਦੇ ਆ, ਪੁੱਤ ਮੇਰਾ ਨਾ ਸਿਰ ਦੁਖਦਾ, ਮੈਨੂੰ ਕੋਈ ਦਵਾਈ ਲਿਆ ਕੇ ਦੇ ਦੇ, ਜਾਂ ਮੇਰਾ ਸਰੀਰ ਆ ਜਿਹੜਾ ਬਿਰਧ ਹੋਣ ਕਰਕੇ ਟੁੱਟੀ ਜਾਂਦਾ, ਸਰੀਰ 'ਚ ਦਰਦ ਆ, ਕੋਈ ਡਾਕਟਰ ਨੂੰ ਜਾ ਕੇ ਦਿਖਾ ਵੀ ਮੈਂ ਬਹੁਤ ਔਖੀ ਆ, ਮੈਨੂੰ ਨੀਂਦ ਨਹੀਂ ਆਉਂਦੀ, ਜਾਂ ਖੰਘ ਵਗੈਰਾ ਮੈਨੂੰ ਤੰਗ ਕਰ ਰਹੀ ਆ, ਸਰੀਰ 'ਚ ਦਰਦ ਹੋ ਰਹੀ ਆ, ਪੀੜਾ ਮੇਰੇ ਸਰੀਰ 'ਚ, ਤੇ ਮੈਨੂੰ ਕੋਈ ਦਵਾਈ ਲਿਆ ਕੇ ਦੇ ਦੇ, 5-7 ਰੁਪਏ ਦੀ ਗੋਲੀ, ਜਾਂ ਮੈਨੂੰ ਥੋੜੇ ਜਿਹੇ ਪੈਸੇ ਦੇ ਦੇ, ਮੈਂ ਦਵਾਈ ਲੈ ਆਵਾਂ। ਉਹਨੂੰ ਤਾਂ ਇਹ 50 ਰੁਪਏ ਮੰਗੇ ਨਹੀਂ ਦਿੰਦਾ, ਉਹ ਮਿੰਨਤਾਂ ਕਰੀ ਜਾਂਦੀ। ਭਾਈ ਇਹ ਮੈਂ ਆਪਦੇ ਕੋਲ ਨਹੀਂ ਕਹਿ ਰਿਹਾ, ਜਿਹੜੇ ਬਚਨ ਸੁਣਾ ਰਿਹਾ ਨਾ, ਮੈਂ ਕੋਈ ਆਪਦੇ ਕੋਲ ਜੋੜ ਕੇ ਨਹੀਂ ਸੁਣਾ ਰਿਹਾ, ਇਹ ਸਾਡੇ ਗੁਰੂਆਂ ਦੀ ਬਾਣੀ ਆ, ਪ੍ਰਮਾਣਿਤ ਬਾਣੀ ਆ ਭਾਈ ਗੁਰਦਾਸ ਜੀ ਦੀ। ਕਿਉਂਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਮਹਾਰਾਜ ਨੇ ਚਾਬੀ ਦਾ ਖਿਤਾਬ ਦਿੱਤਾ, ਕੁੰਜੀ ਦਾ। ਕਹਿੰਦੇ ਜਿਵੇਂ ਤਾਲਾ ਨਹੀਂ ਨਾ ਖੁੱਲਦਾ ਕੁੰਜੀ ਤੋਂ ਬਿਨਾਂ, ਇਸੇ ਤਰ੍ਹਾਂ ਗੁਰਬਾਣੀ ਦੀ ਸਮਝ ਨਹੀਂ ਆਉਂਦੀ, ਆਪਣੇ ਜੀਵਨ ਦੀ ਸਮਝ ਨਹੀਂ ਆਉਂਦੀ। ਜੀਵਨ ਰੂਪੀ ਤਾਲਾ ਤਾਂ ਸਾਡੇ ਅਗਿਆਨਤਾ ਦੇ ਹਨੇਰੇ ਦਾ ਤਾਲਾ ਵੀ ਭਾਈ ਗੁਰਦਾਸ ਦੀਆਂ ਵਾਰਾਂ ਕਰਕੇ ਖੁੱਲਣਾ। ਉਹ ਕਹਿੰਦੇ ਆ ਵੀ ਮਾਂ ਪਿਓ, ਉਹ ਕਹਿੰਦਾ ਵੀ ਪੁੱਤ ਵੀ ਮੈਨੂੰ 50 ਰੁਪਏ ਦੇ ਦੇ ਵੀ ਮੈਂ ਦਵਾਈ ਲਿਆਵਾਂ, ਮੇਰੇ ਦਰਦ ਬੜਾ ਹੋ ਰਿਹਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਟਿਕਾ ਨਹੀਂ, ਮੈਨੂੰ ਖੰਘ ਨਹੀਂ ਟਿਕਣ ਦਿੰਦੀ। ਉਹਨੂੰ ਤਾਂ 50 ਰੁਪਏ ਮੰਗੇ ਨਹੀਂ ਦਿੰਦਾ, ਜਦੋਂ ਮੰਗਦੀ ਆ ਨਾ ਤੇ ਉਹਨੂੰ ਗਾਲਾਂ ਕੱਢਦਾ, ਅਪਮਾਨ ਕਰਦਾ ਉਹਦੇ। ਲੈ ਹੁਣ ਤੋਂ ਕੀ ਕਰਨਾ, ਟੀਕਾ ਲਵਾ ਕੇ ਪਈ ਰਹਿ ਚੁੱਪ ਕਰਕੇ, ਦੀਦਾ ਨਹੀਂ, ਕਰਦਾ ਨਹੀਂ, ਨਾ ਤੁਰਿਆ ਜਾਂਦਾ, ਪਤਾ ਨਹੀਂ ਕੀ ਕੀ ਬੋਲਦੇ ਆਪਾਂ। ਤੇ ਇਧਰੋਂ ਕੀ ਹੋਇਆ ਵੀ 5-7 ਜਾਣੇ 10 ਜਾਣੇ ਇਕੱਠੇ ਹੋ ਕੇ ਆ ਗਏ ਪਿੰਡ ਦੇ। ਇੱਕ ਸੀਗਾ, ਉਹ ਕਹਿੰਦੇ ਜੀ ਆ ਸਾਡਾ ਪ੍ਰਧਾਨ ਆ, ਖਜ਼ਾਨਚੀ ਆ, ਤੇ ਸਾਰੇ ਇੱਕ ਹੱਥ 'ਚ ਉਹਨਾਂ ਦੇ ਕਾਪੀ ਜੀ ਫੜੀ ਹੁੰਦੀ ਆ, ਨਾਲ ਪੈਨ ਹੁੰਦਾ, ਨਾਲ ਉਹ ਮਗਰ ਤੁਰੇ ਆਉਂਦੇ ਹੁੰਦੇ ਆ, ਦਾੜੀ ਪੂੰਝਦੇ। ਤੇ ਆ ਕੇ ਦਰਵਾਜ਼ੇ 'ਚ ਆਵਾਜ਼ ਮਾਰੀ ਵੀ ਫਲਾਨਾ ਸਾ ਘਰੇ ਹੀ ਆ, ਕਹਿੰਦੇ ਆ ਜਾਓ ਘਰੇ ਹੀ ਆ, ਬੈਠੋ। ਉਹਨਾਂ ਨੂੰ ਚਾਹ ਪਾਣੀ ਛਕਾਉਂਦਾ, ਤੇ ਫਿਰ ਉਹ ਬੋਲਦਾ ਪ੍ਰਧਾਨ, ਉਹ ਕਹਿੰਦੇ ਐਤਕੀ ਸਰਦਾਰ ਜੀ ਆਪਾਂ ਨਾ ਪਿੰਡ 'ਚ ਟੂਰਨਾਮੈਂਟ ਕਰਾਉਣਾ, ਤੇ ਪੂਰੀ ਚੜ੍ਹਦੀ ਕਲਾ ਵਿੱਚ ਕਰਾਉਣਾ, ਸਾਰਾ ਇਲਾਕਾ ਸੱਦਣਾ, ਵੱਡੇ ਵੱਡੇ ਸਟਾਰ ਖਿਡਾਰੀ ਸੱਦਣੇ ਆ, ਤੇ ਤੁਹਾਡੀ ਅਸੀਂ ਥੋੜੀ ਜਿਹੀ ਸੇਵਾ ਲੈਣ ਆਏ ਆ, ਤੇ ਤੁਹਾਡੇ ਤੇ ਸਾਨੂੰ ਬੜਾ ਮਾਣ ਆ, ਤੁਸੀਂ ਸਾਡੇ ਪਿੰਡ ਦੇ ਸਰਦਾਰ ਆ, ਤਗੜੇ ਆਦਮੀ ਆ, ਤੇ ਅਸੀਂ ਨਾ ਤੁਹਾਡੀ ਫਲੈਕਸ ਬੋਰਡ ਤੇ ਵੱਡੀ ਸਾਰੀ ਫੋਟੋ ਲਾਉਣੀ ਆ, ਤੇ ਐ ਜੈ ਜੈਕਾਰ ਕਰਾ ਦੇਣੀ ਹੈ, ਫਲਾਨਾ ਢਿੱਲੋਂ ਸਾਹਿਬ, ਬਰਾੜ ਸਾਹਿਬ, ਗਿੱਲ ਸਾਹਿਬ ਲੱਗ ਜਾਣਗੇ, ਤੇ ਤੁਸੀਂ ਕੋਈ ਦਾਨ ਕਰੋ। ਤੇ ਜਦੋਂ ਉਹਨੂੰ ਪਤਾ ਲੱਗਦਾ ਨਾ ਵੀ ਮੇਰੀ ਫਲੈਕਸ ਤੇ ਫੋਟੋ ਲੱਗੂਗੀ, ਸਾਰੇ ਆਊਗਾ, ਲੋਕ ਦੇਖਣਗੇ ਵੀ ਫਲਾਨਾ ਸਿੰਘ ਨੇ ਐ ਕਰਤਾ, ਤੇ ਉੱਥੇ ਕਹਿੰਦੇ ਵੀ 51,000 ਦੀ ਪਰਚੀ ਕੱਟ ਕੇ ਫੜਾਤੀ। ਕਹਿੰਦਾ ਲਓ ਫਿਕਰ ਨਾ ਕਰੋ, ਜੈ ਜੈਕਾਰ ਕਰਾ ਦੇ। ਮਾਂ ਪਿਓ ਦਾ ਹੁਣ 50 ਰੁਪਏ ਮੰਗੀ ਜਾਂਦਾ ਵੀ ਮੈਨੂੰ ਦਵਾਈ ਨੂੰ ਦੇ ਦੇ,
ਉਹਨੂੰ 50 ਰੁਪਏ ਨਹੀਂ ਦਿੰਦਾ, ਦੂਜੇ ਪਾਸੇ 50,000 ਦੀ ਪਰਚੀ ਕੱਟ ਕੇ ਫੜਾਦੀ। ਆਖੋ ਸਤਨਾਮ। ਉਹਦੇ ਵਿੱਚ ਇਹਦੀ ਹੋਮੇ ਦਾ ਪ੍ਰਗਟਾਵਾ ਹੋਣਾ ਸੀ, ਇਹਨੂੰ ਉੱਥੇ ਮੈਂ ਮਿਲਣੀ ਸੀ। ਮੈਂ ਦਾ ਤਾਂ ਬੰਦਾ ਮਾਰਿਆ। ਮਾਨਸ ਦਾ ਅਰਥ ਜਦੋਂ ਪੜ੍ਹਦੇ ਨਾ ਆਪਾਂ ਵੀ ਮਹਾਰਾਜ ਮਾਨਸ ਬੰਦੇ ਨੂੰ ਕਹਿੰਦੇ ਆ। ਜਦੋਂ ਸ਼ਬਦ ਕੋਸ਼ ਵਿੱਚ ਤੁਸੀਂ ਮਾਨਸ ਦੇ ਅਰਥ ਪੜ੍ਹੋਗੇ, ਮਾਨਸ ਦਾ ਅਰਥ ਹੁੰਦਾ ਮਾਣ ਦੇ ਨਾਲ ਭਰਿਆ ਹੋਇਆ ਬੰਦਾ, ਜਿਹੜਾ ਮਾਣ ਦੇ ਨਾਲ ਹੀ ਭਰਿਆ ਪਿਆ। ਮੇਰੀ ਮੇਰੀ ਕਰਤੇ ਜਨਮ ਗਿਓ, ਮੇਰੀ ਮੇਰੀ ਕਰਦੇ ਜਨਮ ਗਵਾ ਲੈਂਦਾ। ਕਹਿੰਦੇ ਮਹਾਰਾਜ ਦਾ ਨਾਂ ਨਹੀਂ, ਤੇਰਾ ਤੇਰਾ ਨਹੀਂ ਕਹਿੰਦਾ, ਮੇਰਾ ਮੇਰਾ ਕਹਿੰਦੇ ਲੰਘ ਜਾਂਦੀ ਇਹਦੀ ਉਮਰ। ਭਾਈ ਗੁਰਦਾਸ ਜੀ ਕਹਿੰਦੇ ਮਾਂ ਪਿਓ ਪਰ ਹਰ ਕਰੇ ਪੁੰਨ ਦਾਨ। ਉੱਥੇ ਤਾਂ ਜਾਂ ਕੋਈ ਹੋਰ ਸਾਂਝੀ ਜਗ੍ਹਾ ਬਣ ਰਹੀ ਹੈ ਕਿਤੇ, ਜਾਂ ਗੁਰੂ ਘਰ ਬਣਦਾ ਜਾਂ ਕੋਈ ਹੋਰ ਆ, ਉੱਥੇ ਇੰਨਾ ਪੈਸਾ ਦੇਤਾ ਤੇ ਮਾਂ ਪਿਓ ਨੂੰ 50 ਰੁਪਏ ਮੰਗੇ ਨਹੀਂ ਦਿੰਦਾ। ਤੇ ਭਾਈ ਗੁਰਦਾਸ ਜੀ ਨੇ ਪਤਾ ਉਸ ਬੰਦੇ ਨੂੰ ਕੀ ਕਿਹਾ? ਕਹਿੰਦੇ ਉਹ ਬੰਦਾ ਬੇਈਮਾਨ ਆ। ਆਖੋ ਸਤਨਾਮ। ਦੇਖੋ ਵੀ ਕਿਸੇ ਨੂੰ ਆਪਾਂ ਬੇਈਮਾਨ ਕਹਿ ਦਈਏ, ਉਹਨੂੰ ਗੁੱਸਾ ਲੱਗੂਗਾ ਆਪਣੇ ਤੇ। ਤੇ ਭਾਈ ਗੁਰਦਾਸ ਜੀ ਕਹਿੰਦੇ ਬੇਈਮਾਨ ਅਗਿਆਨ ਪ੍ਰਾਣੀ, ਕਹਿੰਦੇ ਉਹਨੂੰ ਗਿਆਨ ਕੋਈ ਨਹੀਂ। ਹੁਣ ਦੇਖੋ ਵੀ ਟੂਰਨਾਮੈਂਟ ਕਰਾਉਣਾ ਕੋਈ ਮਾੜੀ ਗੱਲ ਥੋੜੀ ਆ। ਕੋਈ ਸੇਵਾ ਵੱਧ ਤੋਂ ਵੱਧ ਕਰਾਓ, ਜਿੱਥੇ ਚੱਲਦੀ ਆ ਕਰਾਉਣੀ ਚਾਹੀਦੀ ਆ। ਪਰ ਜੇ ਆਪਾਂ ਆਪਦੇ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਤੇ ਕੱਲਾ ਉਧਰ ਹੀ ਧਿਆਨ ਆਪਦੀ ਹੋਮੇ ਨੂੰ ਪ੍ਰਗਟਾਵਾ ਕਰਦੇ ਆ, ਫਿਰ ਮਹਾਰਾਜ ਕਹਿੰਦੇ ਵੀ ਤੇਰੀ ਸੇਵਾ ਕਿਤੇ ਪ੍ਰਵਾਨ ਨਹੀਂ ਹੋਣੀ। ਤੇਰੀ ਸੇਵਾ ਤਾਂ ਪ੍ਰਵਾਨ ਹੋਊ ਜੇ ਤੂੰ ਆਪਦੇ ਮਾਂ ਪਿਓ ਦੀ ਸੇਵਾ ਕਰੇਗਾ। ਜਿਹੜੀ ਦਸ਼ਰਥ ਦੀ ਭੈਣ ਸੀ ਨਾ, ਰਾਮਚੰਦਰ ਜੀ ਦੇ ਪਿਤਾ ਜੀ ਸੀ ਦਸ਼ਰਥ ਜੀ, ਉਹਦੀ ਭੈਣ ਸੀ ਸਵਿਤਰੀ ਦੇਵੀ ਤੇ ਭਨੋਈਆ ਸੀ ਉਹਦਾ ਕ੍ਰਿਸ਼ਨ ਦੇਵ। ਹੁਣ ਦਸ਼ਰਥ ਰਾਜਾ ਸੀ। ਕੁਦਰਤੀ ਗੱਲ ਆ ਵੀ ਰਾਜਿਆਂ ਦੇ ਗਾਂ ਰਾਜੇ ਵਿਆਹੇ ਜਾਂਦੇ ਆ। ਜਿਵੇਂ ਆਪਾਂ ਆਪਦੇ ਬਰਾਬਰ ਦੇ ਨਾਲ ਹੀ ਰਿਸ਼ਤਾ ਕਰਦੇ ਆ, ਜਾਂ ਆਪਣੇ ਬਰਾਬਰ ਤੋਂ ਵੱਡੇ ਦਾ ਹੀ ਕਰਦੇ, ਛੋਟੇ ਦਾ ਤਾਂ ਬਹੁਤ ਲੋਕ ਘੱਟ ਕਰਦੇ ਆ। ਹਰੇਕ ਬੰਦਾ ਕਹਿੰਦਾ ਜੇ ਮੇਰੇ ਕੋਲੇ 50 ਕਿੱਲੇ ਆ, ਸਾਡੇ ਪ੍ਰਾਹੁਣੇ ਕੋਲੇ 60-70 ਹੋਣ, ਫੇਰ ਹੀ ਬੰਦਾ ਰਿਸ਼ਤਾ ਕਰਦਾ। ਹੁਣ ਦਸ਼ਰਥ ਰਾਜੇ ਨੇ ਜਦੋਂ ਕ੍ਰਿਸ਼ਨ ਦੇਵ ਦੇ ਨਾਲ ਰਿਸ਼ਤਾ ਕੀਤਾ, ਉਹ ਵੀ ਰਾਜੇ ਮਹਾਰਾਜੇ ਸੀ। ਵਿਆਹ ਹੋ ਗਿਆ। ਵਿਆਹ ਹੋਏ ਨੂੰ ਨਾ 15 ਸਾਲ ਬਤੀਤ ਹੋ ਗਏ। ਉਹਨਾਂ ਦੇ ਬੱਚਾ ਨਾ ਕੋਈ ਹੋਇਆ। ਜਦੋਂ ਬੱਚਾ ਨਾ ਹੋਇਆ, ਉਹਨਾਂ ਨੇ ਬੜੇ ਦਵਾਈ ਬੂਟੀ ਕੀਤੀ। ਰਾਜੇ ਮਹਾਰਾਜੇ ਸੀ, ਵੈਦਾਂ ਨੂੰ ਦਿਖਾਇਆ। ਉਹ ਕਹਿੰਦੇ ਨੁਕਸ ਤਾਂ ਕੋਈ ਨਹੀਂ, ਦਵਾਈ ਵੀ ਵਧੀਆ ਦੇ ਰਹੇ ਆ, ਅਜੇ ਕੋਈ ਮਹਾਰਾਜ ਦੀ ਕਿਰਪਾ ਨਹੀਂ ਹੋਈ। ਬੜੇ ਥਾਵਾਂ ਤੇ ਉਹਨਾਂ ਨੇ ਇਲਾਜ ਲੂਜ ਕਰਵਾਏ, ਜੋਤਸ਼ੀਆਂ ਨੂੰ ਪੁੱਛਿਆ, ਪੰਡਤਾਂ ਨੂੰ ਵੀ ਪੁੱਛਿਆ, ਪੁੰਨ ਦਾਨ ਬੜੇ ਕੀਤੇ, ਕੋਈ ਜੱਗ ਆਦਿਕ ਕੀਤੇ ਵੀ ਸਾਡੇ ਬੱਚਾ ਹੋ ਜੇ, ਕਿਉਂਕਿ ਬੱਚੇ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਅਧੂਰੀ ਆ। ਦੇਖੋ ਵੀ ਮਾਂ ਪਿਓ ਕੀ ਕਰਦਾ ਆਪਣੇ ਵਾਸਤੇ, ਆਪਾਂ ਸਾਖੀ ਤੋਂ ਸਿੱਖਿਆ ਲੈਣੀ ਇਸ ਤੋਂ। ਜਦੋਂ ਨਾ ਬੱਚਾ ਹੋਇਆ, ਬਹੁਤ ਕੁਛ ਕੀਤਾ। ਫੇਰ ਕਿਸੇ ਕੋਈ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਦੱਸਿਆ, ਕਹਿੰਦੇ ਤੁਹਾਡੇ ਬੱਚਾ ਤਾਂ ਹੋ ਸਕਦਾ, ਪਰ ਇੱਕ ਕੰਮ ਕਰਨਾ ਪਊ ਤੁਹਾਨੂੰ। ਉਹ ਕਹਿੰਦੇ ਦੱਸੋ? ਕਹਿੰਦੇ ਤੁਹਾਨੂੰ ਨਾ ਅਮਰਨਾਥ ਦੀ ਗੁਫਾ ਦੇ ਜਿੱਥੇ ਸ਼ਿਵ ਜੀ ਭਗਵਾਨ ਨੇ ਤਪ ਕੀਤਾ, ਉੱਥੇ ਜਾ ਕੇ ਤਪੱਸਿਆ ਕਰਨੀ ਪੈਣੀ। ਫਿਰ ਜਦੋਂ ਤਪੱਸਿਆ ਕੀਤੀ ਤੁਸੀਂ ਤੇ ਤੁਹਾਨੂੰ ਵਰ ਮਿਲੂਗਾ, ਫਿਰ ਤੁਹਾਡੇ ਬੱਚਾ ਹੋਊਗਾ। ਇਸ ਤਰ੍ਹਾਂ ਤੁਸੀਂ ਉਪਾਅ ਕਰੋ। ਉਹਨਾਂ ਨੇ ਉਵੇਂ ਕੀਤਾ। ਜਾ ਕੇ ਉੱਥੇ ਭੁੱਖੇ ਧਿਆਏ ਰਹਿ ਕੇ, ਬਰਫ ਹੀ ਬਰਫ ਸੀ, ਉੱਥੇ ਤਪੱਸਿਆ ਕਰਦੇ ਰਹੇ। ਬਹੁਤ ਤਪ ਕੀਤਾ ਉਹਨਾਂ ਨੇ, ਇੰਨਾ ਤਪ ਕੀਤਾ ਵੀ ਸਾਡੇ ਬੱਚਾ ਹੋ ਜੇ, ਸਾਡੀ ਝੋਲੀ ਭਰ ਜੇ। ਬੜਾ ਤਪ ਕੀਤਾ ਦੋਨਾਂ ਜੀਆਂ ਨੇ। ਜਦੋਂ ਉਹਨਾਂ ਦੀ ਤਪੱਸਿਆ ਪੂਰੀ ਹੋ ਗਈ, ਭਗਤੀ ਪੂਰੀ ਹੋ ਗਈ ਉਹਨਾਂ ਦੀ, ਫਿਰ ਆਵਾਜ਼ ਆਈ ਉਹਨਾਂ ਨੂੰ। ਜਦੋਂ ਆਵਾਜ਼ ਆਈ, ਜਿਹੜੇ ਮਹਾਂਪੁਰਖ ਤਪੱਸਿਆ ਕਰਦੇ ਆ, ਬੰਦਗੀ ਕਰਦੇ ਆ, ਉਹਨਾਂ ਨੂੰ ਦ੍ਰਿਸ਼ਟੀ ਵੀ ਆ ਜਾਂਦਾ ਤੇ ਆਵਾਜ਼ ਵੀ ਆ ਜਾਂਦੀ ਹੈ। ਜਿਹੜੀ ਉਹ ਆਵਾਜ਼ ਹੁੰਦੀ ਆ, ਉਹ ਆਵਾਜ਼ ਨੂੰ ਉਹੀ ਸੁਣ ਪਾਉਣਗੇ, ਨਾਲ ਬੈਠਾ ਬੰਦਾ ਨਹੀਂ ਸੁਣ ਪਾਉਂਦਾ।
ਜਿਹੜੀ ਦ੍ਰਿਸ਼ਟੀ ਵੀ ਕੋਈ ਚੀਜ਼ ਆਉਂਦੀ ਆ ਉਹ ਵੀ ਉਹੀ ਦੇਖ ਸਕਦੇ, ਨਾਲ ਬੈਠੇ ਨੂੰ ਨਹੀਂ ਪਤਾ ਲੱਗਣਾ ਵੀ ਕੀ ਦੇਖ ਰਹੇ ਆ। ਇਹ ਇੱਕ ਬੰਦਗੀ ਆ, ਸਿਮਰਨ ਅਭਿਆਸ ਵਾਲਿਆਂ ਦੀਆਂ ਗੱਲਾਂ ਨੇ। ਇਹ ਆਮ ਬੰਦੇ ਦੇ ਸਮਝ 'ਚ ਪੈਣ ਵਾਲੀ ਗੱਲ ਨਹੀਂ। ਉਹ ਤਾਂ ਕਹਿੰਦੇ ਮਖੌਲ ਮੰਨਦੇ ਚੀਜ਼ ਨੂੰ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹ ਗੱਲਾਂ ਦਾ। ਜਦੋਂ ਉਹ ਤਪ ਕਰਦਿਆਂ ਉਹਨਾਂ ਨੂੰ ਫਿਰ ਆਵਾਜ਼ ਆਈ, ਅਨਭਉ ਪ੍ਰਕਾਸ਼ ਅਮਤੋਜ ਕਹੀਜੈ। ਗੁਰੂ ਸਾਹਿਬ ਨੇ ਵੀ 10ਵੇਂ ਪਾਤਸ਼ਾਹ ਨੇ ਲਿਖਿਆ, ਕਹਿੰਦੇ ਇੱਕ ਐਸਾ ਪ੍ਰਕਾਸ਼ ਹੋ ਜਾਂਦਾ ਮਿਲਮਾ ਜਿਹਨੂੰ ਕੋਈ ਮਿਲ ਨਹੀਂ ਸਕਦਾ। ਉਹ ਜਦੋਂ ਆਵਾਜ਼ ਆਈ, ਕਹਿੰਦੇ ਤਪਸਵੀਓ ਤੁਹਾਡੀ ਨਾ ਜਿਹੜੀ ਤਪੱਸਿਆ ਪੂਰੀ ਹੋ ਗਈ ਆ। ਤੁਸੀਂ ਬਹੁਤ ਤਪ ਕੀਤਾ, ਪੁੱਠੇ ਲਟਕ ਕੇ ਬੰਦਗੀ ਕੀਤੀ। ਉਸ ਸਮੇਂ ਜਿਸ ਤਰ੍ਹਾਂ ਬੰਦਗੀ ਕਰਦੇ ਸੀ, ਧੂਣੇ ਤਪਾਉਣੇ, ਜਲ ਧਾਰਾ ਕਰਨੀਆਂ, ਪੁੱਠੇ ਲਟਕਣਾ, ਨਿਉਲੀ ਕਰਮ ਕਰਨੇ, ਉਸ ਸਮੇਂ 'ਚ ਇਸ ਤਰ੍ਹਾਂ ਦੀ ਮਰਜ਼ਾਦਾ ਸੀ। ਹੁਣ ਕਲਯੁਗ ਦੇ ਵਿੱਚ ਨਹੀਂ ਕੋਈ ਕਰ ਸਕਦਾ। ਕਲਯੁਗ ਤਾਂ ਤੁਸੀਂ ਦੇਖ ਲਓ, 5 ਬਾਣੀਆਂ ਨੂੰ ਅੱਧਾ ਘੰਟਾ ਲੱਗਦਾ, ਤੇ ਚੌਂਕੜਾ ਮਾਰ ਕੇ ਨਹੀਂ ਬਹਿ ਸਕਦੇ, 5 ਬਾਣੀਆਂ ਨਹੀਂ ਪੜ੍ਹ ਸਕਦੇ। ਪੁੱਠੇ ਲਾਉਂ ਕੇ ਕਿੱਥੇ ਤਪ ਕਰਾਂਗੇ ਆਪਾਂ? ਕਿਸੇ ਦਾ ਗੋਡਾ ਦੁਖਣ ਲੱਗ ਜਾਂਦਾ, ਕਿਸੇ ਦਾ ਸਿਰ ਦੁਖਣ ਲੱਗ ਜਾਂਦਾ। 10 ਮਿੰਟ ਤੁਹਾਨੂੰ ਬਹਿਣਾ ਔਖਾ, ਆਵਾਜ਼ਾਂ ਮਾਰ ਕੇ ਕੋਲੇ ਬਿਠਾਉਣਾ ਪੈਂਦਾ ਨੇ। ਇੱਧਰ ਗੱਲਾਂ ਮਾਰ ਲਈਆਂ, ਉੱਧਰ ਮਾਰ ਲਈਆਂ, ਐਂ ਤੁਰੇ ਫਿਰਦੇ ਆਪਾਂ। ਤੇ ਪਿਛਲੇ ਸਮੇਂ 'ਚ ਇਸ ਤਰ੍ਹਾਂ ਕਰਦੇ ਸੀ, ਕਿਉਂਕਿ ਬਾਣੀ 'ਚ ਮੋਹਰ ਲੱਗੀ ਹੋਈ ਆ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਰ ਦਹੇ ਕਾਇਆ ਕਲਪ ਕੀਜੈ। ਇਸ ਤਰ੍ਹਾਂ ਪੁੱਠੇ ਲਮਕ ਤਪ ਕਰਦੇ ਸੀ। ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਕਰ ਸਰੀਰ ਕਟਾਵੇ, ਤੋ ਵੀ ਹੋਮੈ ਮੈਲ ਨਾ ਜਾਵੇ। ਇਹ ਸਾਰੇ ਤਪੱਸਿਆ ਕਰਦੇ ਸੀ ਇਸ ਤਰ੍ਹਾਂ ਤਪਸਵੀ। ਉਹਨਾਂ ਨੇ ਇੰਨੀ ਤਪੱਸਿਆ ਕੀਤੀ, ਸ਼ਰਧਾ ਤੇ ਭਾਵਨਾ ਦੇ ਨਾਲ ਲੱਗੇ ਰਹੇ, ਬੰਦਗੀ ਕਰਦੇ ਰਹੇ। ਫਿਰ ਉਹਨਾਂ ਦੀ ਤਪੱਸਿਆ ਪੂਰੀ ਹੋ ਗਈ। ਜਦੋਂ ਬੰਦਾ ਮਿਹਨਤ ਕਰਦਾ ਫਿਰ ਉਹਨੂੰ ਫਲ ਤਾਂ ਲੱਗਦਾ ਹੀ ਆ। ਫਿਰ ਆਵਾਜ਼ ਆਈ ਉਹਨਾਂ ਨੂੰ, ਜਿਹੜੀ ਅਭਿਆਸੀ ਪੁਰਖਾਂ ਨੂੰ ਆਵਾਜ਼ ਆਉਂਦੀ ਆ। ਉਹ ਕਹਿੰਦੇ ਤਪਸਵੀਓ ਤੁਹਾਡੀ ਦੱਸੋ ਕੀ ਇੱਛਾ, ਵੀ ਤੁਸੀਂ ਕਿਹੜੀ ਇੱਛਾ ਕਰਕੇ ਤਪ ਕੀਤਾ? ਉਹ ਕਹਿੰਦੇ ਜੀ ਸਾਨੂੰ ਹੋਰ ਦੁਨਿਆਵੀ ਕੋਈ ਇੱਛਾ ਨਹੀਂ ਹੈਗੀ, ਵੀ ਸਾਡੀ ਤਾਂ ਇੱਕ ਹੀ ਭੁੱਖ ਆ, ਵੀ ਸਾਡੇ ਘਰ ਜੋਤ ਜਗ ਪਏ, ਸਾਡੇ ਘਰ ਔਲਾਦ ਹੋ ਜੇ, ਬੱਚਾ ਹੋ ਜੇ। ਆਖੋ ਸਤਿਨਾਮ। ਤੇ ਫੇਰ ਆਵਾਜ਼ ਆਈ ਉਹਨਾਂ ਨੂੰ, ਦੇਖੋ ਦੋਨਾਂ ਨੂੰ, ਜਿਹੜੀ ਦਸ਼ਰਥ ਦੀ ਭੈਣ ਸੀ ਤੇ ਉਹਨਾਂ ਦਾ ਭਣੋਈਆ ਪ੍ਰਾਹੁਣਾ ਸੀ ਉਹਨਾਂ ਦਾ ਕ੍ਰਿਸ਼ਨ ਦੇਵ। ਕਹਿੰਦੇ ਤਪਸਵੀਓ ਵੀ ਤੁਹਾਡੇ ਤਾਂ ਕਰਮਾਂ 'ਚ ਬੱਚਾ ਹੈ ਨਹੀਂ। ਕਹਿੰਦੇ ਅਸੀਂ ਨਾਲੇ ਤੁਸੀਂ ਕਹਿੰਦੇ ਵੀ ਮੰਗੋ, ਕੀ ਮੰਗਦੇ ਆ? ਕਹਿੰਦੇ ਵੀ ਜੇ ਤੁਸੀਂ ਘਰੇ ਜੋਤ ਜਗਾਉਣੀ ਹੈ ਨਾ, ਤੁਹਾਡੇ ਬੱਚਾ ਤੁਸੀਂ ਲੈਣਾ ਉਹਦੀ ਗੋਦ ਦੇ ਵਿੱਚ, ਤੇ ਤੁਹਾਨੂੰ ਭੇਟਾ ਬਹੁਤ ਵੱਡੀ ਦੇਣੀ ਪੈਣੀ ਆ। ਉਹ ਕਹਿੰਦੇ ਅਸੀਂ ਜੀ ਹਰ ਭੇਟਾ ਦੇਣ ਨੂੰ ਤਿਆਰ, ਦਿੱਤਾ ਲਈਏ ਆਪਣਾ, ਅੰਨ ਦਿੱਤਾ ਕਿਛ ਹੱਥ ਨਾ ਆਵੇ। ਮਹਾਰਾਜ ਕਹਿੰਦੇ ਜਿਹੜਾ ਮਿਲਦਾ ਨਾ ਆਪਾਂ ਦਿੱਤਾ ਹੀ ਹੁੰਦਾ, ਉਹੀ ਮਿਲਦਾ। ਜਿਹੜਾ ਬੀਜ ਬੀਜਿਆ ਹੁੰਦਾ ਉਹੀ ਆਪਾਂ ਵੜਦੇ ਆ, ਦੂਜੇ ਨੂੰ ਨਹੀਂ ਮਿਲਦਾ। ਜਿਹਨੇ ਬੀਜਿਆ ਹੀ ਨਹੀਂ ਉਹਨੂੰ ਕੀ ਮਿਲਣਾ, ਤੁਸੀਂ ਦੱਸੋ? ਉਹ ਕਹਿੰਦੇ ਨਾ ਵੀ ਤੁਹਾਨੂੰ ਬਹੁਤ ਵੱਡੀ ਭੇਟਾ ਦੇਣੀ ਪੈਣੀ ਆ। ਕਹਿੰਦੇ ਜੀ ਅਸੀਂ ਤਾਂ ਤਿਆਰ ਆ, ਦੱਸੋ? ਕਹਿੰਦੇ ਜੋਤ ਵਟੇ ਜੋਤ ਦੇਣੀ ਪੈਣੀ ਆ, ਵੀ ਤੁਹਾਡੀ ਅੱਖਾਂ ਦੀ ਜੋਤ ਚਲੀ ਜਾਓ ਤੇ ਤੁਹਾਡੇ ਬੱਚਾ ਹੋ ਜਾਓ। ਉਹ ਕਹਿੰਦੇ ਜੀ ਸਾਨੂੰ ਮਨਜ਼ੂਰ ਆ। ਆਖੋ ਸਤਿਨਾਮ। ਦੇਖੋ ਵੀ ਮਾਂ ਪਿਓ ਕਿੰਨਾ ਬੱਚਿਆਂ ਵਾਸਤੇ ਕਰਦੇ ਆ, ਤੇ ਬੱਚੇ ਧਿਆਨ ਨਹੀਂ ਦਿੰਦੇ, ਮਾਂ ਪਿਓ ਦੀ ਸੇਵਾ ਨਹੀਂ ਕਰਦੇ। ਉਹ ਕਹਿੰਦੇ ਚੰਗਾ ਭਾਈ ਇਸ ਤਰ੍ਹਾਂ ਹੀ ਹੋਏਗਾ, ਤੁਸੀਂ ਹੁਣ ਵਾਪਸ ਚਲੇ ਜਾਓ। ਵਾਪਸ ਆ ਗਏ ਆਪਦੇ ਮਹਿਲਾਂ 'ਚ। ਜਦੋਂ ਆਏ ਇੱਧਰ ਬਸ ਬੱਚੇ ਦਾ ਪ੍ਰਵੇਸ਼ ਹੋਇਆ ਮਾਤਾ ਦੇ ਗਰਭ ਵਿੱਚ, ਉਧਰ ਉਹਨਾਂ ਦੀ ਜਿਹੜੀ ਨਿਗਾਹ ਸੀ ਉਹ ਘਟਣੀ ਸ਼ੁਰੂ ਹੋ ਗਈ। ਜਦੋਂ 3 ਮਹੀਨੇ ਦਾ ਅੰਦਰ ਬੱਚਾ ਹੋਇਆ, ਨਿਗਾਹ ਜਿਹੜੀ ਸੀ 30% ਘਟ ਗਈ। ਫਿਰ ਜਦੋਂ ਬੱਚਾ 6 ਮਹੀਨੇ ਦਾ ਅੰਦਰ ਹੋਇਆ, ਅੱਧੀ ਨਿਗਾਹ ਰਹਿ ਗਈ, ਬਹੁਤ ਘਟ ਗਈ ਨਿਗਾਹ ਉਹਨਾਂ ਦੀ। ਹੁਣ ਹੌਲੀ ਹੌਲੀ ਜਿਉਂ-ਜਿਉਂ ਅੰਦਰ ਬੱਚਾ ਵੱਡਾ ਹੋਈ ਜਾਂਦਾ, ਜਨਮ ਦਾ ਉਹਦੀ ਅੱਗੇ ਆਈ ਜਾਂਦੀ ਜਨਮ ਦੀ ਤਰੀਕ, ਉਵੇਂ ਇਹਨਾਂ ਦੀ ਨਿਗਾਹ ਘਟਦੀ। ਉਧਰੋਂ ਦੇਖ ਲਓ ਵੀ ਇੱਕ ਦਿਨ ਬੱਚੇ ਨੇ ਜਨਮ ਲੈ ਲਿਆ,
ਤੇ ਉਸੇ ਦਿਨ ਇਹ ਦੋਨੇ ਮਾਂ ਪਿਓ ਅੰਨੇ ਹੋ ਗਏ। ਆਖੋ ਸਤਨਾਮ। ਦੋਨੇ ਵਿਚਾਰੇ ਅੰਨੇ ਹੋ ਗਏ, ਦਿਸਣੋਂ ਹਟ ਗਿਆ। ਫਿਰ ਇਹਨਾਂ ਨੇ ਆਪਦੇ ਬੱਚੇ ਦਾ ਨਾਮ ਸਰਵਣ ਰੱਖਿਆ। ਉਦੋਂ ਮੁੜ ਕੇ ਲੋਕਾਂ ਨੇ ਉਹਨੂੰ ਭਗਤ ਕਿਹਾ, ਕਿਉਂਕਿ ਬਹੁਤ ਵੱਡੀ ਸਟੋਰੀ ਆ। ਕਿਉਂਕਿ ਜਿਹੜੇ ਆਪਾਂ ਸਰਵਣ ਭਗਤ ਦੇ ਗੀਤ ਸੁਣਦੇ ਆ, ਉਹਨਾਂ ਦੀਆਂ ਕਥਾਵਾਂ ਸੁਣਦੇ ਆ, ਇਹ ਸਰਵਣ ਭਗਤ ਦਾ ਜਨਮ ਵੀ ਇਸ ਤਰ੍ਹਾਂ ਹੋਇਆ ਸੀ। ਦੇਖੋ ਐਵੇਂ ਨਹੀਂ ਜਨਮ ਹੋਇਆ। ਜਦੋਂ ਫਿਰ ਉਹਨੂੰ ਉਹਦੀ ਜਨਮ ਦੀ ਖੇਡ ਦਾ ਪਤਾ ਲੱਗਿਆ, ਜਦੋਂ ਉਹਦੇ ਘਰ ਵਾਲੀ ਇਹਨਾਂ ਨੂੰ ਤੰਗ ਕਰਨ ਲੱਗ ਗਈ, ਰੋਟੀ ਨਾ ਪੁੱਛਿਆ ਕਰੇ, ਮਾੜੇ ਬਚਨ ਬੋਲਿਆ ਕਰੇ, ਤੇ ਸਰਵਣ ਭਗਤ ਨੇ ਪੁੱਛਿਆ ਵੀ ਮੇਰੇ ਘਰ ਵਾਲੀ ਸੇਵਾ ਕਰਦੀ ਆ। ਉਹਨਾਂ ਨੇ ਸਾਰਾ ਕੁਝ ਦੱਸਿਆ। ਫਿਰ ਬੜਾ ਰੋਇਆ, ਬੜਾ ਪਛਤਾਇਆ। ਉਦੋਂ ਬਾਅਦ ਉਹਨੇ ਆਪਦੀ ਜਨਮ ਦੀ ਖੇਡ ਪੁੱਛੀ ਵੀ ਪੁੱਤ ਅਸੀਂ ਤਾਂ ਤੈਨੂੰ ਇਉਂ ਲਿਆ, ਇਉਂ ਬੰਦਗੀ ਕਰ ਕਰਕੇ ਆਪਦੀ ਅੱਖਾਂ ਦੀ ਜੋਤ ਦੇ ਕੇ ਤੇਰਾ ਜਨਮ ਹੋਇਆ, ਐਵੇਂ ਜਨਮ ਨਹੀਂ ਹੋਇਆ। ਫਿਰ ਉਹ ਫੜ ਕੇ ਚਰਨ ਰੋਣ ਲੱਗਿਆ। ਕਹਿੰਦੇ ਜੀ ਤੁਸੀਂ ਐਡੀ ਵੱਡੀ ਕੁਰਬਾਨੀ ਕੀਤੀ, ਆਪ ਦਾ ਜਹਾਨ ਲੁਟਾ ਕੇ ਮੈਂ ਸੰਸਾਰ ਤੇ ਪੈਦਾ ਹੋਇਆ, ਮੇਰਾ ਜਨਮ ਹੋਇਆ, ਤੁਸੀਂ ਆਪਣਾ ਕਹਿੰਦੇ ਅੱਖਾਂ ਗਈਆਂ ਤੇ ਜਹਾਨ ਗਿਆ। ਜੇ ਅੱਖਾਂ ਹੀ ਹੈ ਨਹੀਂ ਤਾਂ ਫਿਰ ਤਾਂ ਕੁਛ ਵੀ ਨਹੀਂ ਹੈ। ਮੇਰੇ ਵਾਸਤੇ ਕਹਿੰਦੇ ਤੁਸੀਂ ਐਡੀ ਵੱਡੀ ਕੁਰਬਾਨੀ ਕੀਤੀ ਹੈ, ਮੈਂ ਦੱਸੋ ਹੁਣ ਤੁਹਾਡੀ ਕੀ ਸੇਵਾ ਕਰਾਂ। ਉਹ ਕਹਿੰਦੇ ਜੀ ਹੁਣ ਅਸੀਂ ਕੀ ਸੇਵਾ ਕਰਾਉਣੀ, ਸਾਡੀ ਤਾਂ ਇੱਛਾ ਇਹ ਆ ਵੀ ਅਸੀਂ ਤੀਰਥਾਂ ਦੀ ਯਾਤਰਾ ਕਰਾਂਗੇ। ਉਹ ਤੀਰਥਾਂ ਦੀ ਯਾਤਰਾ ਕਰਦੇ ਸੀ ਲੋਕ। ਫਿਰ ਉਹਨੇ ਵੇਖ ਲੋ ਬਹਿੰਗੀ ਬਣਾ ਕੇ ਮੋਢੇ ਤੇ ਰੱਖ ਕੇ ਫਿਰ ਆਪਦੇ ਮਾਂ ਪਿਓ ਦੀ ਇਸ ਤਰ੍ਹਾਂ ਸੇਵਾ ਕੀਤੀ, ਤੀਰਥ ਯਾਤਰਾ ਕਰਵਾਈ। ਸੋ ਭਾਈ ਗੁਰਦਾਸ ਜੀ ਕਹਿੰਦੇ ਤੁਹਾਡੀ ਲੱਗੀ ਹੋਈ ਛਬੀਲ, ਤੁਹਾਡਾ ਲੰਗਰ ਲਾਇਆ ਹੋਇਆ, ਤੁਹਾਡੇ ਪਰਉਪਕਾਰ ਦੇ ਸਮਾਜ ਵਿੱਚ ਕੀਤੇ ਹੋਏ ਕੰਮ, ਤੁਹਾਡਾ ਕੀਤਾ ਹੋਇਆ ਪੂਜਾ ਪਾਠ ਸਿਮਰਨ ਤਾਂ ਹੀ ਲੇਖੇ ਵਿੱਚ ਲੱਗਣਾ ਜੇ ਤੁਸੀਂ ਆਪਦੇ ਮਾਂ ਪਿਓ ਦਾ ਸਤਿਕਾਰ ਕਰੋਗੇ, ਮਾਂ ਪਿਓ ਦੀ ਸੇਵਾ ਕਰੋਗੇ। ਆਖੋ ਸਤਨਾਮ। ਇਹ ਸਾਰੀਆਂ ਚੀਜ਼ਾਂ ਤਾਂ ਹੀ ਮਹਾਰਾਜ ਦੇ ਦਰ ਤੇ ਪ੍ਰਵਾਨ ਹੋਣੀਆਂ ਨੇ। ਸੋ